ਦੁਨੀਆ ਟੋਨ ਵਿੱਚ ਆਪ ਸਭ ਦਾ ਸਵਾਗਤ ਹੈ ਅਤੇ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਨਾਲ। ਅੱਜ ਦੀ ਪਹਿਲੀ ਖਬਰ ਹੈ ਕਿ ਕੈਨੇਡਾ ਇਮੀਗ੍ਰੈਂਟਸ ਲਈ ਆਪਣੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰਨ ਲਈ ਲਾਟਰੀ ਸਿਸਟਮ ਦੁਬਾਰਾ ਤੋਂ ਸਟਾਰਟ ਕਰਨ ਜਾ ਰਿਹਾ ਹੈ। ਫੈਡਰਲ ਗਵਰਨਮੈਂਟ ਵੱਲੋਂ ਇਹ ਲਾਟਰੀ ਸਿਸਟਮ 13 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਡੀਸੀਨੋ ਨੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰਨ ਦੇ ਇਸ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਪ੍ਰੋਗਰਾਮ ਦੇ ਤਹਿਤ 3 ਹਫ਼ਤਿਆਂ ਲਈ ਵਿੰਡੋ ਖੁੱਲ੍ਹੇਗੀ ਅਤੇ ਜੋ ਇਮੀਗ੍ਰੈਂਟਸ ਆਪਣੇ ਰਿਲੇਟਿਵਸ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨ ਹਨ ਉਹ ਆਨਲਾਈਨ ਫਾਰਮ ਫਿਲ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਹ ਪ੍ਰੋਗਰਾਮ ਗਲੋਬਲ ਪੈਂਡੇਮਿਕ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ। 3 ਹਫ਼ਤਿਆਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਜਾਣੀ ਕਿ IRCC ਵੱਲੋਂ ਰੈਂਡਮਲੀ ਸਪਾਂਸਰ ਸਿਲੈਕਟ ਕੀਤੇ ਜਾਣਗੇ ਅਤੇ ਇਸ ਤੋਂ ਬਾਅਦ ਸਿਲੈਕਟਡ ਕੈਂਡੀਡੇਟਸ ਨੂੰ ਆਪਣੀਆਂ ਐਪਲੀਕੇਸ਼ਨਸ ਸਬਮਿਟ ਕਰਨ ਦਾ ਇਨਵੀਟੇਸ਼ਨ ਦਿੱਤਾ ਜਾਵੇਗਾ। ਸਿਲੈਕਟਡ ਕੈਂਡੀਡੇਟਸ ਕੋਲ ਆਪਣੀਆਂ ਐਪਲੀਕੇਸ਼ਨ ਸਬਮਿਟ ਕਰਨ ਲਈ 60 ਦਿਨ ਤੱਕ ਦਾ ਸਮਾਂ ਹੋਵੇਗਾ। ਜੇਕਰ ਆਪਾਂ ਇਸ ਲੋਟਰੀ ਸਿਸਟਮ ਵਿੱਚ ਅਵੇਲੇਬਲ ਸਪੌਟਸ ਦੀ ਗੱਲ ਕਰੀਏ ਤਾਂ ਇਸ ਵਾਰ ਇਹਨਾਂ ਸਪੌਟਸ ਦੀ ਗਿਣਤੀ 10,000 ਹੈ, ਜਦਕਿ ਨਾਰਮਲੀ ਇਹ ਗਿਣਤੀ 30,000 ਹੁੰਦੀ ਸੀ, ਪਰ ਇਸ ਵਾਰ ਕੋਵਿਡ-19 ਦਾ ਕਰਕੇ ਇਹ ਗਿਣਤੀ ਘਟ ਗਈ ਹੈ। ਕੈਨੇਡਾ ਹੋਰ ਵੀ ਫੈਮਿਲੀਜ਼ ਨੂੰ ਰੀਯੂਨਾਈਟ ਕਰਨ ਲਈ ਆਪਣੀਆਂ ਟਰੈਵਲਿੰਗ ਰਿਸਟ੍ਰਿਕਸ਼ਨਸ ਵਿੱਚ ਚੇਂਜਸ ਕਰ ਰਿਹਾ ਹੈ। ਫੈਡਰਲ ਗਵਰਨਮੈਂਟ ਕਰੰਟ ਕ੍ਰਾਸ ਬਾਰਡਰ ਟਰੈਵਲਿੰਗ ਪਾਲਿਸੀਜ਼ ਵਿੱਚ ਢਿੱਲ ਕਰਨ ਜਾ ਰਿਹਾ ਹੈ। ਹਾਲਾਂਕਿ ਕੈਨੇਡੀਅਨ ਬਾਰਡਰਸ ਘੱਟੋ-ਘੱਟ ਸਾਰੇ ਗੈਰ ਜ਼ਰੂਰੀ ਯਾਤਰਾ ਲਈ ਇੱਕ ਹੋਰ ਮਹੀਨੇ ਲਈ ਬੰਦ ਰਹਿਣਗੇ, ਪਰ ਚੇਂਜਸ ਇਹ ਆ ਰਹੇ ਹਨ ਕਿ ਵਧੇਰੇ ਪਰਿਵਾਰਕ ਮੈਂਬਰਾਂ ਨੂੰ ਹਮਦਰਦੀ ਦੇ ਆਧਾਰ ਤੇ ਕੈਨੇਡਾ ਵਿੱਚ ਦਾਖਲ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਕੁਝ ਮਾਪਦੰਡਾਂ ਤਹਿਤ ਕੰਟਰੀ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਹੈ। ਇਨ੍ਹਾਂ ਚੇਂਜਸ ਦੇ ਅਨੁਸਾਰ 8 ਅਕਤੂਬਰ ਤੋਂ ਕੈਨੇਡੀਅਨ ਸਿਟੀਜ਼ਨ ਅਤੇ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸ ਦੇ ਪਰਿਵਾਰਕ ਮੈਂਬਰ ਜੋ ਕਿ ਘੱਟੋ-ਘੱਟ 1 ਸਾਲ ਤੋਂ ਰਿਲੇਸ਼ਨਸ਼ਿਪ ਵਿੱਚ ਹਨ ਅਤੇ ਉਹਨਾਂ ਤੇ ਡਿਪੈਂਡੈਂਟ ਸਿਬਲਿੰਗਸ ਅਤੇ ਗ੍ਰੈਂਡ ਪੇਰੈਂਟਸ ਵੀ ਕੈਨੇਡਾ ਆ ਸਕਦੇ ਹਨ। ਇਸ ਤੋਂ ਇਲਾਵਾ ਜੋ ਕਪਲਸ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ ਪਰ ਅਨਮੈਰਿਡ ਹਨ ਅਤੇ ਜੋ ਇੱਕੋ ਹੀ ਐਡਰੈਸ ਤੇ ਨਹੀਂ ਰਹਿੰਦੇ ਹਨ, ਉਹਨਾਂ ਨੂੰ ਵੀ ਆਪਣੇ ਰਿਲੇਸ਼ਨਸ਼ਿਪ ਦੇ ਸੰਬੰਧ ਵਿੱਚ ਇੱਕ ਨੋਟਰਾਈਜ਼ਡ ਡਿਕਲੇਰੇਸ਼ਨ ਦੇਣਾ ਪਵੇਗਾ ਅਤੇ ਉਸ ਤੋਂ ਬਾਅਦ ਉਹ ਵੀ ਕੈਨੇਡਾ ਆ ਸਕਦੇ ਹਨ। ਇਸ ਤੋਂ ਇਲਾਵਾ ਉਹ ਨਾਨ ਰਿਲੇਟਿਵ ਵਿਦੇਸ਼ੀ ਨਾਗਰਿਕ ਜੋ ਕੁਝ ਪਰਿਸਥਿਤੀਆਂ ਵਿੱਚ ਜਿਵੇਂ ਕਿ ਉਹਨਾਂ ਦਾ ਕੋਈ ਕਲੋਜ਼ ਫਰੈਂਡ ਕਿਸੇ ਜਾਨਲੇਵਾ ਬਿਮਾਰੀ ਨਾਲ ਜੂਝ ਰਿਹਾ ਹੈ ਜਾਂ ਫਿਰ ਕੋਈ ਕਿਸੇ ਹੋਰ ਕਾਰਨ ਕਰਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤਾਂ ਉਸ ਨੂੰ ਮਿਲਣ ਲਈ ਉਹ ਵਿਦੇਸ਼ੀ ਨਾਗਰਿਕ ਹਮਦਰਦੀ ਦੇ ਆਧਾਰ ਤੇ 8 ਅਕਤੂਬਰ ਤੋਂ ਕੰਟਰੀ ਵਿੱਚ ਦਾਖਲ ਹੋ ਸਕਦੇ ਹਨ। 20 ਅਕਤੂਬਰ ਤੋਂ ਇੰਟਰਨੈਸ਼ਨਲ ਸਟੂਡੈਂਟਸ ਜਿਸ ਵੀ ਲਰਨਿੰਗ ਇੰਸਟੀਚਿਊਟ ਵਿੱਚ ਦਾਖਲ ਹੋ ਰਹੇ ਹਨ ਜਿਸ ਤੇ ਕਿ ਕੋਵਿਡ-19 ਲਈ ਤਿਆਰ ਕੀਤੇ ਹੋਏ ਪਲਾਨ ਨੂੰ ਪ੍ਰੋਵਿੰਸ਼ਨਲ ਅਤੇ ਟੈਰੀਟੋਰੀਅਲ ਹੈਲਥ ਅਥਾਰਟੀਜ਼ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ, ਉਹ ਵੀ ਕੈਨੇਡਾ ਵਿੱਚ ਦਾਖਲ ਹੋ ਸਕਦੇ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਐਂਟਰੀ ਰੂਲਸ ਦੇ ਅਨੁਸਾਰ ਜੋ ਵੀ ਕੁਆਲੀਫਾਈਡ ਹੈ ਉਹ ਇਸ ਦੇ ਬਾਰੇ ਵਿੱਚ ਵਧੇਰੇ ਜਾਣਕਾਰੀ ਵਿਸਥਾਰਪੂਰਵਕ ਅਗਲੇ ਹਫ਼ਤੇ ਤੋਂ ਸਰਕਾਰ ਦੀ ਵੈਬਸਾਈਟ ਤੋਂ ਲੈ ਸਕਦਾ ਹੈ। ਇਸ ਤੋਂ ਇਲਾਵਾ ਜੋ ਵੀ ਇਨ੍ਹਾਂ ਰੂਲਸ ਦੇ ਅਨੁਸਾਰ ਕੈਨੇਡਾ ਵਿੱਚ ਦਾਖਲ ਹੋਵੇਗਾ ਉਸ ਨੂੰ 14 ਦਿਨ ਲਈ ਕੁਆਰੰਟਾਈਨ ਹੋਣਾ ਪਵੇਗਾ। BC ਦੇ ਸਰੀ ਸ਼ਹਿਰ ਵਿਚਲੇ ਸਰੀ ਮੈਮੋਰੀਅਲ ਹਸਪੀਟਲ ਵਿੱਚ ਕੋਵਿਡ-19 ਦੇ ਸੈਕੰਡ ਆਊਟਬ੍ਰੇਕ ਨੂੰ ਡਿਕਲੇਅਰ ਕੀਤਾ ਗਿਆ ਹੈ। ਫਰੇਜ਼ਰ ਹੈਲਥ ਨੇ ਸਰੀ ਮੈਮੋਰੀਅਲ ਹਸਪੀਟਲ ਵਿੱਚ ਇੱਕ ਵਾਰ ਫਿਰ ਤੋਂ ਕੋਵਿਡ-19 ਫੈਲਣ ਦੀ ਘੋਸ਼ਣਾ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਹਸਪੀਟਲ ਦੇ ਮੈਡੀਸਿਨ ਯੂਨਿਟ ਵਿੱਚ ਕੋਵਿਡ-19 ਦੇ ਟ੍ਰਾਂਸਮਿਸ਼ਨ ਹੋਣ ਦੇ ਐਵੀਡੈਂਸ ਮਿਲੇ ਹਨ ਅਤੇ ਜਿਸ ਤੋਂ ਬਾਅਦ ਇੱਕ ਪੇਸ਼ੈਂਟ ਅਤੇ ਇੱਕ ਸਟਾਫ ਮੈਂਬਰ ਦੇ ਕੋਵਿਡ-19 ਟੈਸਟ ਪੋਜ਼ਿਟਿਵ ਆਏ ਹਨ। ਉਹਨਾਂ ਨੇ ਦੱਸਿਆ ਕਿ ਆਊਟਬ੍ਰੇਕ ਸਿਰਫ ਇੱਕ ਯੂਨਿਟ ਤੱਕ ਹੀ ਲਿਮਿਟਡ ਹੈ ਅਤੇ ਇਸ ਯੂਨਿਟ ਨੂੰ ਫਿਲਹਾਲ ਟੈਂਪਰੇਰੀਲੀ ਬੰਦ ਕਰ ਦਿੱਤਾ ਗਿਆ ਹੈ। 2 ਸਤੰਬਰ ਨੂੰ ਨੈਫਰੋਲੋਜੀ ਯੂਨਿਟ ਵਿੱਚ ਇੱਕ ਪੋਜ਼ਿਟਿਵ ਪੇਸ਼ੈਂਟ ਮਿਲਣ ਤੋਂ ਬਾਅਦ ਹਸਪੀਟਲ ਵਿੱਚ ਇਹ ਦੂਜੀ ਵਾਰ ਕੋਵਿਡ-19 ਦਾ ਆਊਟਬ੍ਰੇਕ ਡਿਕਲੇਅਰ ਕੀਤਾ ਗਿਆ ਹੈ। BC ਵਿੱਚ ਇਸ ਵਾਰ ਲਗਭਗ 500,000 ਬ੍ਰਿਟਿਸ਼ ਕੋਲੰਬੀਅਨਸ ਨੇ ਮੇਲ ਇਨ ਬੈਲਟ ਲਈ ਰਿਕੁਐਸਟ ਕੀਤੀ ਹੈ। BC ਵਿੱਚ ਘੱਟੋ-ਘੱਟ 474,000 ਬ੍ਰਿਟਿਸ਼ ਕੋਲੰਬੀਅਨਸ ਨੇ
ਇਸ ਸਾਲ ਦੀਆਂ ਚੋਣਾਂ ਲਈ ਮੇਲ ਇਨ ਬੈਲਟ ਲਈ ਰਿਕੁਐਸਟ ਕੀਤੀ ਹੈ, ਜੋ ਕਿ ਪਿਛਲੀਆਂ ਚੋਣਾਂ ਨਾਲੋਂ ਬਹੁਤ ਹੀ ਵੱਡਾ ਵਾਧਾ ਹੈ। ਜਦਕਿ 2017 ਵਿੱਚ ਕੁੱਲ 6500 ਮੇਲ ਇਨ ਬੈਲਟਸ ਲਈ ਰਿਕੁਐਸਟ ਕੀਤੀ ਗਈ ਸੀ। ਇਲੈਕਸ਼ਨ BC ਦੇ ਅਨੁਸਾਰ ਮੇਲ ਦੁਆਰਾ ਵੋਟ ਦੇਣਾ ਉਸ ਹਰੇਕ ਪਰਸਨ ਦਾ ਇੱਕ ਸੇਫ ਆਪਸ਼ਨ ਹੈ, ਜੋ ਕਿ 24 ਅਕਤੂਬਰ ਨੂੰ ਵਿਅਕਤੀਗਤ ਤੌਰ ਤੇ ਜਾ ਕੇ ਵੋਟ ਪਾਉਣਾ ਸੇਫ ਫੀਲ ਨਹੀਂ ਕਰਦਾ। BC ਇਲੈਕਸ਼ਨਸ ਦੇ ਅਨੁਸਾਰ ਕੋਈ ਵੀ ਵੋਟਰ ਇਲੈਕਸ਼ਨ BC ਤੋਂ ਆਨਲਾਈਨ ਜਾਂ ਫਿਰ ਵੋਟਰ ਸਰਵਿਸ ਨੰਬਰ ਤੇ ਕਾਲ ਕਰਕੇ ਵੋਟਿੰਗ ਪੈਕੇਜ ਦੀ ਰਿਕੁਐਸਟ ਕਰ ਸਕਦਾ ਹੈ। ਇਹ ਸਨ ਅੱਜ ਦੀਆਂ ਖਬਰਾਂ। ਨਵੀਆਂ ਅਤੇ ਤਾਜ਼ਾ ਕੁਝ ਹੋਰ ਅੰਤਰਰਾਸ਼ਟਰੀ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਧੰਨਵਾਦ।